ਡੀਅਰ ਸਟੂਡੈਂਟਸ, ਕੱਲ੍ਹ ਅਸੀਂ ਇੰਗਲਿਸ਼ ਲਿਟਰੇਚਰ ਦਾ ਲੈਸਨ ਨੰਬਰ 1 ਪੜ੍ਹ ਰਹੇ ਸੀ। ਉਹ ਥੋੜ੍ਹਾ ਪੜ੍ਹਿਆ ਸੀ, ਉਸ ਤੋਂ ਅੱਗੇ ਪੜ੍ਹਦੇ ਹਾਂ। The boy put his hand into his pocket and took out the 3 copper coins that were his wages for 3 years. ਲੜਕੇ ਨੇ ਆਪਣੀ ਪੋਕਟ ਦੇ ਵਿੱਚ ਹੱਥ ਪਾਇਆ ਅਤੇ ਉਹ 3 ਕਾਪਰ ਦੇ ਕੋਇਨ ਕੱਢੇ ਜਿਹੜੇ ਕਿ ਉਸਦੇ 3 ਸਾਲ ਦਾ ਮਿਹਨਤਾਨਾ ਸੀ। ਟੇਕ ਦੀਜ਼, ਹੀ ਸੈਡ ਚੇਅਰਫੁਲੀ। ਖੁਸ਼ੀ ਨਾਲ ਉਸਨੇ ਕਿਹਾ ਕਿ ਇਹਨਾਂ ਨੂੰ ਲੈ ਲਵੋ। ਇਟ ਟੁੱਕ ਮੀ ਏ ਲੌਂਗ ਟਾਈਮ ਟੂ ਅਰਨ ਦੈਮ। ਮੈਨੂੰ ਬਹੁਤ ਸਮਾਂ ਲੱਗਿਆ ਇਹਨਾਂ ਨੂੰ ਪ੍ਰਾਪਤ ਕਰਨ ਨੂੰ, ਕਮਾਉਣ ਨੂੰ। ਅਰਨ ਮਤਲਬ ਕਮਾਉਣਾ। ਬਟ ਆਈ ਕੈਨ ਗੋ ਬੈਕ ਟੂ ਦ ਗੋਟਸ ਅਗੇਨ ਐਂਡ ਅਰਨ ਸਮ ਮੋਰ। ਪਰ ਮੈਂ ਦੁਬਾਰਾ ਫੇਰ ਬੱਕਰੀਆਂ ਕੋਲ ਜਾ ਸਕਦਾ ਹਾਂ ਅਤੇ ਹੋਰ ਕਮਾ ਸਕਦਾ ਹਾਂ। ਐਜ਼ ਦੀ ਬੈਗਰ ਟੁੱਕ ਦੀ 3 ਕਾਪਰ ਕੋਇਨਸ ਹਿਜ਼ ਰੈਗਸ ਫੈਲ ਫਰੋਮ ਹਿਜ਼ ਬੋਡੀ। ਜਿਉਂ ਹੀ ਜੋ ਬੈਗਰ ਸੀ, ਭਿਖਾਰੀ ਸੀ, ਉਹ 3 ਕੋਇਨ ਲੈਣ ਲੱਗਾ ਤਾਂ ਉਸਦੇ ਜੋ ਰੈਗਸ ਮੀਨਸ ਪਾਟੇ ਪੁਰਾਣੇ ਕੱਪੜੇ, ਉਹ ਉਸਦੀ ਬੋਡੀ ਤੋਂ ਗਿਰ ਗਏ। ਐਂਡ ਇਨ ਦੇਅਰ ਪਲੇਸ ਅਪੀਅਰਡ ਏ ਬਲੈਕ ਵੈਲਵਟ ਕਲੋਕ ਵਿਦ ਸਿਲਵਰ ਵਰਕ ਔਨ ਇਟ। ਅਤੇ ਉਹਨਾਂ ਦੀ ਜਗ੍ਹਾ 'ਤੇ ਉੱਥੇ ਕੀ ਉਸਨੇ ਦੇਖਿਆ ਕਿ ਜਿਹੜੇ ਕੱਪੜੇ ਗਿਰ ਗਏ ਉਸਦੇ ਨੀਚੇ ਕੀ ਸੀ, ਇੱਕ ਕਾਲੇ ਰੰਗ ਦਾ ਮਖਮਲ ਦਾ ਕਲੋਕ ਮੀਨਸ ਭੂਰਾ, ਠੀਕ ਹੈ, ਭੂਰਾ ਸੀ, ਜਿਸ ਦੇ ਉੱਪਰ ਚਾਂਦੀ ਦਾ ਕੰਮ ਕੀਤਾ ਹੋਇਆ ਸੀ, ਚਾਂਦੀ ਦਾ ਕੋਈ ਡਿਜ਼ਾਈਨ ਪਾਇਆ ਹੋਇਆ ਸੀ। ਯੂ ਆਰ ਏ ਗੁੱਡ ਲੈਡ ਆਈ ਸੀ, ਸੈਡ ਦਾ ਓਲਡ ਮੈਨ। ਉਸ ਬੁੱਢੇ ਬੰਦੇ ਨੇ ਕਿਹਾ, ਤੂੰ ਕਿ ਵਧੀਆ ਲੜਕਾ ਹੈ। ਆਈ ਐਮ ਨੋਟ ਏ ਬੈਗਰ, ਮੈਂ ਭਿਖਾਰੀ ਨਹੀਂ ਹਾਂ। ਆਈ ਐਮ ਐਨ ਐਂਜਲ, ਮੈਂ ਇੱਕ ਫਰਿਸ਼ਤਾ ਹਾਂ। ਐਂਜਲ ਮੀਨਸ ਫਰਿਸ਼ਤਾ। ਆਈ ਕੈਨ ਗ੍ਰਾਂਟ ਯੂ 2 ਵਿਸ਼ਿਸ, ਮੈਂ ਤੇਰੀ 2 ਇੱਛਾਵਾਂ ਪੂਰੀਆਂ ਕਰ ਸਕਦਾ ਹਾਂ। ਗ੍ਰਾਂਟ ਮਤਲਬ ਪੂਰੀਆਂ ਕਰਨਾ। ਵਟ ਡੂ ਯੂ ਵਾਂਟ, ਤੂੰ ਕੀ ਚਾਹੁੰਦਾ ਹੈ। ਆਈ ਕੈਨ ਗ੍ਰਾਂਟ ਗਿਫਟਸ ਟੂ ਦੋਜ਼ ਹੂ ਡਿਜ਼ਰਵ ਦੈਮ, ਮੈਂ ਉਹਨਾਂ ਲੋਕਾਂ ਲਈ ਗਿਫਟ ਦੇ ਸਕਦਾ ਹਾਂ ਜਿਹੜੇ ਕਿ ਉਸਨੂੰ ਡਿਜ਼ਰਵ ਕਰਦੇ ਨੇ। ਡਿਜ਼ਰਵ ਕਰਨਾ ਮਤਲਬ ਜਿਹੜੇ ਉਸਦੇ ਯੋਗ ਹਨ। ਡਿਜ਼ਰਵ ਮੀਨਸ ਯੋਗ। ਦ ਬੋਏ ਥਾਟ ਫਾਰ ਏ ਮੂਮੈਂਟ ਐਂਡ ਸੈਡ, ਲੜਕੇ ਨੇ ਕੁਝ ਪਲਾਂ ਲਈ ਸੋਚਿਆ, ਇੱਕ ਪਲ ਲਈ ਸੋਚਿਆ ਅਤੇ ਕਿਹਾ, ਆਈ ਵੁੱਡ ਲਾਈਕ ਟੂ ਹੈਵ ਏ ਵਾਇਲਨ ਵਿਚ ਪਲੇਜ਼ ਮਿਊਜ਼ਿਕ ਟੂ ਮੇਕ ਆਲ ਮੈਨ ਡਾਂਸ ਐਂਡ ਏ ਗਨ ਦੈਟ ਵਿਲ ਆਲਵੇਜ਼ ਹਿਟ ਦ ਥਿੰਗ ਐਟ ਵਿਚ ਆਈ ਏਮ। ਕਿ ਮੈਨੂੰ ਇੱਕ ਤਾਂ ਵਾਇਲਨ ਚਾਹੀਦਾ ਜਿਸ ਦੇ ਵਿੱਚ ਇਹੋ ਜਿਹਾ ਮਿਊਜ਼ਿਕ ਨਿਕਲੇ ਕਿ ਸਾਰੇ ਬੰਦੇ ਡਾਂਸ ਕਰਨ ਲੱਗ ਜਾਣ ਸੁਣ ਕੇ, ਅਤੇ ਇੱਕ ਇਹੋ ਜਿਹੀ ਗਨ ਚਾਹੀਦੀ ਹੈ ਜਿਸ ਦਾ ਜਿੱਧਰ ਨੂੰ ਨਿਸ਼ਾਨਾ ਕਰੋ ਉਸ 'ਤੇ ਉਹ ਵੱਜੇ, ਨਿਸ਼ਾਨੇ 'ਤੇ ਵੱਜੇ। The old man smiled and at once from beneath his cloak he brought out a violin and a gun. ਬੁੱਢੇ ਬੰਦੇ ਨੇ ਸਮਾਈਲ ਕੀਤਾ ਅਤੇ ਇੱਕਦਮ ਆਪਣੀ ਜਲਦੀ ਦੇਣੇ ਆਪਣੀ ਜੋ ਕੰਬਲੀ ਸੀ ਉਹਦੇ ਨੀਚੇ ਤੋਂ ਬੀਨੀਥ ਮੀਨਸ ਨੀਚੇ ਤੋਂ ਉਸਨੇ ਵਾਇਲਨ ਅਤੇ ਇੱਕ ਗਨ ਲਿਆਂਦੀ। ਹੀ ਗੇਵ ਦੈਮ ਟੂ ਦਾ ਬੋਏ, ਅਤੇ ਉਹਨਾਂ ਨੂੰ ਉਸ ਲੜਕੇ ਨੂੰ ਦੇ ਦਿੱਤਾ। ਮੇ ਦੇ ਬ੍ਰਿੰਗ ਯੂ ਹੈਪੀਨੈਸ ਯੂ ਡਿਜ਼ਰਵ, ਵੀ ਹੀ ਸੈਡ ਐਂਡ ਡਿਸਪੀਅਰਡ। ਉਸਨੇ ਕਿਹਾ ਕਿ ਜੋ ਵੀ ਤੈਨੂੰ ਖੁਸ਼ੀ ਜਿਸ ਦੇ ਤੂੰ ਯੋਗ ਹੈ ਉਹ ਤੈਨੂੰ ਇਹ ਲਿਆਉਣ। ਉਸਨੇ ਇਹ ਅਰਦਾਸ ਕੀਤੀ ਅਤੇ ਗਾਇਬ ਹੋ ਗਿਆ। ਡਿਸਪੀਅਰਡ ਗਾਇਬ ਹੋ ਜਾਣਾ। ਦੀ ਬੋਏ ਮੇਡ ਹਿਜ਼ ਵੇ back towards the farm where he had worked for 3 long years for 3 copper coins. ਲੜਕਾ ਵਾਪਸ ਉਸੇ ਖੇਤਾਂ ਵਿੱਚ ਚਲੇ ਗਿਆ ਜਿੱਥੇ ਉਹਨੇ 3 ਲੰਬੇ ਸਾਲ ਕੰਮ ਕੀਤਾ ਸੀ, ਸਿਰਫ 3 ਕਾਪਰ ਦੇ ਕੋਇਨ ਵਾਸਤੇ। ਐਂਡ ਜਸਟ ਐਜ਼ ਹੀ ਵੈਂਟ ਨੀਅਰ ਦਾ ਗੇਟ ਏ ਬਰਡ ਫਲੂ ਅਪ ਫਰੋਮ ਏ ਫੀਲਡ, ਅਤੇ ਜਿਉਂ ਹੀ ਉਹ ਗੇਟ ਦੇ ਨੇੜੇ ਗਿਆ ਤਾਂ ਫੀਲਡ ਮੀਨਸ ਖੇਤ ਦੇ ਵਿੱਚ ਇੱਕ ਪੰਛੀ ਉੜਿਆ। ਐਟ ਵਾਂਸ ਦਾ ਬੋਏ ਏਮਡ ਐਟ ਇਟ ਵਿਦ ਹਿਜ਼ ਮੈਜਿਕ ਗਨ ਐਂਡ ਆਫ ਕੋਰਸ ਹਿਟ ਦਾ ਬਰਡ। ਇੱਕਦਮ ਉਸਨੇ ਉਸਦਾ ਨਿਸ਼ਾਨਾ ਲਗਾਇਆ ਆਪਣੀ ਜਾਦੂਈ ਗਨ ਦੇ ਨਾਲ, ਜਾਦੂਈ ਬੰਦੂਕ ਦੇ ਨਾਲ, ਅਤੇ ਆਫ ਕੋਰਸ ਹੋਣਾ ਹੀ ਸੀ, ਠੀਕ ਆ, ਪੱਕਾ ਉਹ ਜੋ ਨਿਸ਼ਾਨਾ ਲੱਗ ਗਿਆ। ਐਜ਼ ਦਾ ਬਰਡ ਫੈਲ ਦਾ ਫਾਰਮਰ ਕੇਮ ਆਊਟ ਆਫ ਦਾ ਹਾਊਸ ਐਂਡ ਵੈਂਟ ਟੂ ਪਿਕ ਇਟ ਅਪ। ਜਦੋਂ ਪੰਛੀ ਨੀਚੇ ਗਿਰਿਆ ਤਾਂ
ਕਿਸਾਨ ਸੀ ਜਿਹੜਾ ਉਹ ਬਾਹਰ ਆਇਆ ਉਸ ਪੰਛੀ ਨੂੰ ਚੁੱਕਣ ਵਾਸਤੇ। ਦਿਸ ਇਜ਼ ਮਾਈਨ ਹੀ ਸ਼ਾਊਟਡ, ਉਸਨੇ ਉਹ ਚਿਲਾਇਆ ਇਹ ਮੇਰਾ ਹੈ। ਸਰਟਨਲੀ ਆਨਸਰ ਦਾ ਬॉय, ਲੜਕੇ ਨੇ ਜਵਾਬ ਦਿੱਤਾ ਪੱਕਾ। ਸਰਟਨਲੀ ਮੀਨਸ ਪੱਕਾ। ਬਟ ਯੂ ਮੇ ਓਨਲੀ ਹੈਵ ਇਟ ਬਾਏ ਡਾਂਸਿੰਗ ਫॉर ਇਟ, ਪਰ ਤੂੰ ਜੇ ਇਹਨੂੰ ਤਾਂ ਹੀ ਲੈ ਸਕਦਾ ਜੇ ਤੂੰ ਇਹਦੇ ਵਾਸਤੇ ਨੱਚੇ। I will have none of your rudeness, you rascal, shouted the farmer। ਕਿਸਾਨ ਚਲਾਇਆ ਕਿ ਉਸਨੂੰ ਉਹਨੇ ਦੁਸ਼ਟ ਕਿਹਾ, ਰਾਸਕਲ ਮੀਨਸ ਦੁਸ਼ਟ, ਤੇ ਕਿ ਮੈਂ ਤੇਰੇ ਜੋ ਵੀ ਤੂੰ ਇਹ ਦੁਸ਼ਟਤਾ ਕਰ ਰਿਹਾ ਮੈਂ ਇਹਨੂੰ ਨਹੀਂ ਮੰਨੂਗਾ, ਮੈਂ ਨਹੀਂ ਮੰਨਦਾ। ਬਟ ਬਿਫੋਰ ਹੀ ਕੁਡ ਰੀਚ ਦਾ ਬਰਡ ਦਾ ਬॉय ਬਿਗਨ ਟੂ ਪਲੇ ਹਿਜ਼ ਵਾਇਲਨ, ਪਰ ਇਸ ਤੋਂ ਪਹਿਲਾਂ ਕਿ ਉਹ ਪੰਛੀ ਤੱਕ ਪਹੁੰਚਦਾ ਲੜਕੇ ਨੇ ਵਾਇਲਨ ਵਜਾਉਣੀ ਸ਼ੁਰੂ ਕਰ ਦਿੱਤੀ। ਐਂਡ ਦਾ ਫਾਰਮਰ ਹੈਡ ਟੂ ਡਾਂਸ, ਅਤੇ ਕਿਸਾਨ ਨੂੰ ਨੱਚਣਾ ਹੀ ਪਿਆ ਕਿਉਂਕਿ ਮੈਜੀਕਲ ਸੀ। ਹੀ ਡਾਂਸਡ ਐਂਡ ਦਾ ਬॉय ਵੁੱਡ ਨਾਟ ਸਟੋਪ ਪਲੇਇੰਗ, ਉਹ ਨੱਚਦਾ ਰਿਹਾ ਅਤੇ ਲੜਕਾ ਸੀ ਜਿਹੜਾ ਉਹ ਉਸਨੇ ਵਜਾਉਣਾ ਬੰਦ ਹੀ ਨਾ ਕੀਤਾ, ਵਾਇਲਨ ਵਜਾਉਣਾ ਬੰਦ ਨਾ ਕੀਤਾ। ਸਟੋਪ ਸ਼ਾਊਟਡ ਦਾ ਟਾਇਰਡ ਫਾਰਮਰ, ਹੁਣ ਥੱਕਿਆ ਹੋਇਆ ਜਿਹੜਾ ਕਿਸਾਨ ਸੀ ਉਹ ਚਿਲਾਇਆ, ਟਾਇਰਡ ਮੀਨਸ ਥੱਕਿਆ ਹੋਇਆ, ਕਿ ਰੁਕ। ਸਟੋਪ ਓ ਪਲੀਜ਼ ਸਟੋਪ, ਕਿਰਪਾ ਕਰਕੇ ਰੁਕ ਜਾ। ਆਈ ਵਿਲ ਗਿਵ ਯੂ 1000 ਪੀਸਿਸ ਆਫ ਸਿਲਵਰ ਇਫ ਯੂ ਓਨਲੀ ਸਟੋਪ, ਜੇ ਤੂੰ ਰੁਕ ਜਾਵੇਂ ਤਾਂ ਮੈਂ ਤੈਨੂੰ 1000 ਚਾਂਦੀ ਦੇ ਸਿੱਕੇ ਦੇਵਾਂਗਾ। ਲੈਟ ਅਸ ਗੋ ਐਂਡ ਫੈਚ ਦੈਮ ਫਸਟ ਸੈਡ ਦਾ ਬॉय, ਚਲੋ ਚੱਲਦੇ ਹਾਂ ਅਤੇ ਪਹਿਲਾਂ ਉਹਨਾਂ ਨੂੰ ਲਿਆਉਂਦੇ ਹਾਂ। ਫੈਚ ਮਤਲਬ ਪ੍ਰਾਪਤ ਕਰਨਾ, ਲੜਕੇ ਨੇ ਕਿਹਾ। So still dancing, the farmer went into his house and took the silver coins from beneath a board in the floor where he had hidden them। ਨੱਚਦਾ ਹੋਇਆ ਅਜੇ ਵੀ, still means ਅਜੇ ਵੀ ਨੱਚਦਾ ਹੋਇਆ ਕਿਸਾਨ ਜਿਹੜਾ ਇਹ ਘਰ ਦੇ ਅੰਦਰ ਗਿਆ ਅਤੇ ਉਸਨੇ ਜਿਹੜੇ ਚਾਂਦੀ ਦੇ ਕੋਇਨ ਸੀ ਉਹ ਕਿੱਥੋਂ ਕੱਢੇ, ਫਲੋਰ ਦੇ ਉੱਪਰ, ਫਰਸ਼ ਦੇ ਉੱਪਰ ਇੱਕ ਬੋਰਡ ਸੀ, ਬੋਰਡ ਨੂੰ ਚੁੱਕ ਕੇ ਉਸਦੇ ਨੀਚੋਂ ਬੀਨੀਥ ਮੀਨਸ ਨੀਚੇ ਤੋਂ ਉਹ ਕੱਢੇ। ਵੇਅਰ ਹੀ ਹੈਡ ਹਿਡਨ ਦੈਮ, ਜਿੱਥੇ ਉਸਨੇ ਉਹਨਾਂ ਨੂੰ ਲੁਕੋਇਆ ਸੀ, ਹਿਡਨ ਮੀਨਸ ਲੁਕੋਇਆ। ਐਂਡ ਦਾ ਬॉय ਪਲੇਡ ਔਨ ਐਂਡ ਔਨ, ਅਤੇ ਲੜਕਾ ਵਾਇਲਨ ਵਜਾਉਂਦਾ ਰਿਹਾ। ਇਟ ਵਾਜ਼ ਓਨਲੀ ਵੈਨ ਦਾ ਫਾਰਮਰ ਹੈਲਡ ਆਊਟ ਦਾ 1000 ਪੀਸਿਸ ਆਫ ਸਿਲਵਰ ਟੂ ਦਾ ਬॉय ਦੈਟ ਹੀ ਸਟੋਪਡ ਪਲੇਇੰਗ ਵਾਇਲਨ, ਉਦੋਂ ਹੀ ਸਿਰਫ ਜਦੋਂ ਕਿਸਾਨ ਨੇ 1000 ਦੇ ਜਿਹੜੇ ਚਾਂਦੀ ਦੇ ਸਿੱਕੇ ਸੀ ਉਸਨੂੰ ਦੇ ਦਿੱਤੇ, ਪਕੜਾ ਦਿੱਤੇ, ਤਾਂ ਹੀ ਉਹ ਵਾਇਲਨ ਵਜਾਉਣਾ ਉਸਨੇ ਬੰਦ ਕੀਤਾ। ਦੈਨ ਹੀ ਵੈਂਟ ਔਨ ਹਿਜ਼ ਵੇ, ਅਤੇ ਉਹ ਆਪਣੇ ਰਾਹ ਚਲਿਆ ਗਿਆ। ਬਟ ਦਾ ਫਾਰਮਰ ਰੈਨ ਬਿਫੋਰ ਹਿਮ ਇਨ ਟੂ ਦਾ ਵਿਲੇਜ ਐਂਡ ਟੋਲਡ ਦਾ ਪੁਲਿਸ ਦੈਟ ਦੀ ਬॉय ਵਾਜ਼ ਏ ਥੀਫ, ਪਰ ਜਿਹੜਾ ਕਿਸਾਨ ਸੀ ਉਸ ਤੋਂ ਪਹਿਲਾਂ ਹੀ ਪਿੰਡ 'ਚ ਭੱਜ ਕੇ ਚਲਿਆ ਗਿਆ ਅਤੇ ਪੁਲਿਸ ਨੂੰ ਦੱਸਤਾ ਕਿ ਲੜਕਾ ਇੱਕ ਚੋਰ ਹੈ। ਦੀ ਮੈਜਿਸਟਰੇਟ ਸੈਂਟ ਆਊਟ ਦਾ ਪੁਲਿਸਮੈਨ ਐਂਡ ਦੇ ਸੂਨ ਕੌਟ ਦਾ ਬॉय with 1000 pieces of silver, and the father said that the farmer said he had stolen। ਮੈਜਿਸਟਰੇਟ ਨੇ ਪੁਲਿਸਮੈਨ ਭੇਜੇ, ਸੈਂਟ ਆਊਟ ਮੀਨਸ ਭੇਜੇ, ਅਤੇ ਉਹਨਾਂ ਨੇ ਜਲਦੀ ਹੀ ਉਸ ਲੜਕੇ ਨੂੰ ਪਕੜ ਲਿਆ ਅਤੇ ਨਾਲ ਹੀ ਉਹਦੇ 1000 ਪੀਸ ਚਾਂਦੀ ਦੇ ਸੀ ਜਿਹੜਾ ਕਿ ਕਿਸਾਨ ਕਹਿ ਰਿਹਾ ਸੀ ਕਿ ਉਸਨੇ ਚੋਰੀ ਕਰ ਲਏ। ਇਨ ਦੋਜ਼ ਡੇਜ਼ ਇਨ ਸਿਸਲੀ ਦੀ ਪਨਿਸ਼ਮੈਂਟ ਫॉर ਸਟੀਲਿੰਗ ਵਾਜ਼ ਡੈਥ, ਉਹਨਾਂ ਦਿਨਾਂ ਵਿੱਚ ਸਿਸਲੀ ਦੇ ਵਿੱਚ ਜੋ ਚੋਰੀ ਦੀ ਸਜ਼ਾ ਸੀ ਉਹ ਮੌਤ ਸੀ। ਇਟ ਸੀਮਡ ਇੰਪੋਸੀਬਲ ਫॉर ਸੱਚ ਏ ਪੂਅਰ ਬॉय ਟੂ ਹੈਵ ਸੱਚ ਏ ਲਾਰਜ ਸਮ ਆਫ ਮਨੀ, ਇੰਨੇ ਗਰੀਬ ਲੜਕੇ ਲਈ ਇਹ ਇੰਪੋਸੀਬਲ ਲੱਗ ਰਿਹਾ ਸੀ। ਇੰਪੋਸੀਬਲ ਮੀਨਸ ਇੰਪੋਸੀਬਲ ਜੋ ਹੋ ਨਾ ਸਕੇ। ਇੰਨੇ ਗਰੀਬ ਲੜਕੇ ਲਈ ਇਸ ਤਰ੍ਹਾਂ ਲੱਗਦਾ ਸੀ ਵੀ ਇਹਦੇ ਕੋਲ ਤਾਂ ਇੰਨੇ ਪੈਸੇ ਹੋ ਹੀ ਨਹੀਂ ਸਕਦੇ। ਸੋ ਹੀ ਵਾਜ਼ ਸੈਂਟੈਂਸ ਟੂ ਬੀ ਹੈਂਗਡ ਐਟ ਵੰਸ, ਅਤੇ ਉਸਨੂੰ ਫਿਰ ਸਜ਼ਾ ਹੋ ਗਈ। ਸੈਂਟੈਂਸ ਮਤਲਬ ਸਜ਼ਾ ਸੁਣਾਉਣਾ, ਕਿ ਉਸਨੂੰ ਇੱਕਦਮ ਫਾਂਸੀ ਲਗਾ ਦਿੱਤੀ ਜਾਵੇ। ਹੈਂਗਡ ਮਤਲਬ ਫਾਂਸੀ ਲਗਾਉਣਾ। The boy asked the magistrate to let him play the violin before he was hanged। ਲੜਕੇ ਨੇ ਮੈਜਿਸਟਰੇਟ ਨੂੰ ਕਿਹਾ ਕਿ ਉਸਨੂੰ ਫਾਂਸੀ ਤੋਂ ਪਹਿਲਾਂ ਵਾਇਲਨ ਵਜਾਉਣ ਦਿੱਤਾ ਜਾਵੇ।
द ਕਾइंड ਮੈਜਿਸਟ੍ਰੇਟ ਅਲਾਉਡ ਹਿਮ ਟੂ ਡੂ ਸੋ। ਜਿਹੜਾ ਦਿਆਲੂ, ਕਾइंड ਮੀਨਸ ਦਿਆਲੂ ਮੈਜਿਸਟ੍ਰੇਟ ਸੀ, ਜੱਜ ਸੀ, ਉਸਨੇ ਉਸਨੂੰ ਇਹ ਕਰਨ ਦੇ ਦਿੱਤਾ। ਦੀ ਫਾਰਮਰ ਕਰਾਈਡ ਆਊਟ ਇਨ ਅਲਾਰਮ ਵੈਨ ਹੀ ਸਾਊ ਦਾ ਹੈਂਗਮੈਨ ਗਿਵ ਦਾ ਵਾਇਲਨ ਬੈਕ ਟੂ ਦਾ ਬॉय। ਜਦੋਂ ਉਸਨੇ ਦੇਖਿਆ, ਕਿਸਾਨ ਨੇ ਦੇਖਿਆ ਕਿ ਹੈਂਗਮੈਨ ਮੀਨਸ ਜੱਲਾਦ ਨੇ ਉਸਨੂੰ ਉਸਦਾ ਵਾਇਲਨ ਵਾਪਸ ਦਿੱਤਾ ਹੈ, ਤਾਂ ਉਹ ਅਲਾਰਮ ਮੀਨਸ ਚੌਕੰਨਾ ਕਰਨ ਦੇ ਲਈ ਉੱਚੀ ਬੋਲਿਆ। ਐਂਡ ਸ਼ਾਊਟਡ ਟੂ ਦਾ ਮੈਜਿਸਟ੍ਰੇਟ, ਅਤੇ ਜੱਜ ਨੂੰ ਉਸਨੇ ਚੀਖ ਕੇ ਕਿਹਾ ਹੀ ਮਸਟ ਨਾਟ ਪਲੇ, ਉਸਨੂੰ ਇਹ ਵਜਾਉਣਾ ਨਹੀਂ ਚਾਹੀਦਾ। ਉਹ ਡੂ ਨਾਟ ਲੈਟ ਹਿਮ ਪਲੇ, ਇਸਨੂੰ ਇਹ ਵਜਾਉਣ ਨਾ ਦਿਓ। ਬਟ ਦਾ ਮੈਜਿਸਟ੍ਰੇਟ ਓਨਲੀ ਸਮਾਈਲਡ ਐਂਡ ਸੈਡ, ਪਰ ਜੋ ਜੱਜ ਸੀ ਉਹ ਸਿਰਫ ਮੁਸਕਰਾਇਆ ਅਤੇ ਬੋਲਿਆ ਆਈ ਕੈਨ ਡੂ ਨੋ ਹਾਰਮ, ਇਟ ਕੈਨ ਡੂ ਨੋ ਹਾਰਮ, ਇਸ ਨਾਲ ਕਿਸੇ ਦਾ ਕੀ ਨੁਕਸਾਨ ਹੋ ਸਕਦਾ, ਇਸ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ। ਲੈਟ ਦਾ ਪੂਅਰ ਲੈਡ ਪਲੇ ਦਾ ਵਾਇਲਨ ਫॉर ਅ ਫਿਊ ਮਿਨਟਸ, ਇਸ ਵਿਚਾਰੇ ਲੜਕੇ ਨੂੰ, ਪੂਅਰ ਲੈਡ ਵਿਚਾਰੇ ਲੜਕੇ ਨੂੰ ਥੋੜ੍ਹੇ ਮਿੰਟ ਲਈ ਵਾਇਲਨ ਵਜਾਉਣ ਦਿਓ। ਹੀ ਇਜ਼ ਟੂ ਯੰਗ ਟੂ ਡਾਈ, ਉਹ ਮਾਰਨ ਲਈ ਅਜੇ ਬਹੁਤ ਛੋਟਾ ਹੈ। ਸੋ ਦਾ ਬॉय ਬਿਗੇਨ ਟੂ ਪਲੇ ਦਾ ਵਾਇਲਨ। ਐਟ ਵਾਂਸ ਦੀ ਮੈਜਿਸਟ੍ਰੇਟ ਐਂਡ the hangman and the farmer and all the people who were gathered in the marketplace to see the poor boy hanged began to dance। ਤੇ ਇੱਕਦਮ ਜੱਜ ਵੀ, ਹੈਂਗਮੈਨ ਵੀ, ਜੱਲਾਦ ਵੀ, ਕਿਸਾਨ ਵੀ, ਅਤੇ ਸਾਰੇ ਜਿਹੜੇ ਲੋਕ ਜੋ ਉੱਥੇ ਇਕੱਠੇ ਹੋਏ ਸੀ ਬਾਜ਼ਾਰ ਦੇ ਵਿੱਚ, ਗੈਦਰਡ ਮੀਨਸ ਇਕੱਠੇ ਹੋਣਾ, ਉਸ ਵਿਚਾਰੇ ਲੜਕੇ ਨੂੰ ਫਾਂਸੀ ਲੱਗਦੇ ਹੋਏ ਦੇਖਣ ਲਈ ਬਾਜ਼ਾਰ ਵਿੱਚ ਇਕੱਠੇ ਹੋਏ ਸੀ, ਉਹ ਸਾਰੇ ਨੱਚਣ ਲੱਗ ਪਏ। ਦੇ ਡਾਂਸਡ ਐਂਡ ਵਾਈਲ ਦਾ ਬॉय ਪਲੇਡ ਦੇ ਕੁਡ ਨਾਟ ਸਟਾਪ ਡਾਂਸਿੰਗ, ਉਹ ਨੱਚਦੇ ਗਏ ਅਤੇ ਲੜਕਾ ਸੀ ਜਿਹੜਾ ਉਹ ਵਜਾਈ ਗਿਆ ਅਤੇ ਉਹ ਉਹਨਾਂ ਤੋਂ ਨੱਚਣ ਤੋਂ ਰੁਕ ਨਾ ਹੋਇਆ। ਓ ਦਾ ਮੈਜਿਸਟ੍ਰੇਟ ਕਰਾਈਡ ਆਈ ਕੈਨ ਨਾਟ ਗੋ ਔਨ, ਮੈਂ ਹੋਰ ਨਹੀਂ ਕਰ ਸਕਦਾ। ਆਈ ਕੈਨ ਨਾਟ ਗੋ ਔਨ ਮਤਲਬ ਮੈਂ ਹੋਰ ਨਹੀਂ ਕਰ ਸਕਦਾ। ਬਟ ਹੀ ਹੈਡ ਟੂ ਡਾਂਸ ਬਿਕੋਜ਼ ਹੀ ਕੁਡ ਨਾਟ ਸਟਾਪ, ਪਰ ਉਸਨੂੰ ਨੱਚਣਾ ਪਿਆ ਕਿਉਂਕਿ ਉਹ ਰੁਕ ਨਹੀਂ ਸੀ ਸਕਦਾ। ਮੇਕ ਹਿਮ ਸਟਾਪ ਕਰਾਈਡ ਦਾ ਟਾਇਰਡ ਫਾਰਮਰ, ਥੱਕਿਆ ਹੋਇਆ ਕਿਸਾਨ ਬੋਲਿਆ ਕਿ ਉਸਨੂੰ ਰੋਕੋ। ਹੀ ਕੈਨ ਹੈਵ ਮਾਈ 1000 ਪੀਸਿਸ ਆਫ ਸਿਲਵਰ ਇਫ ਹੀ ਸਟਾਪਸ, ਜੇ ਉਹ ਰੁਕ ਜਾਵੇ ਤਾਂ ਮੇਰੇ ਇਹ 1000 ਚਾਂਦੀ ਦੇ ਪੀਸ ਲੈ ਲਵੇ। ਆਈ ਸ਼ੈਲ ਡਾਈ ਕਰਾਈਡ ਦਾ ਹੈਂਗਮੈਨ, ਮੈਂ ਮਰ ਜਾਵਾਂਗਾ, ਜੱਲਾਦ ਬੋਲਿਆ। ਆਈ ਕੈਨ ਡਾਂਸ ਨੋ ਮੋਰ, ਮੇਕ ਹਿਮ ਸਟਾਪ, ਮੈਂ ਹੋਰ ਨਹੀਂ ਨੱਚ ਸਕਦਾ, ਉਸਨੂੰ ਰੋਕੋ। ਬਟ ਦਾ ਬॉय ਪਲੇਡ ਔਨ ਐਂਡ ਦਾ ਮੈਜਿਸਟ੍ਰੇਟ ਐਂਡ ਦਾ ਹੈਂਗਮੈਨ ਐਂਡ ਦਾ ਫਾਰਮਰ ਲੁੱਕਡ ਲਾਈਕ ਡੈਡ ਪੀਪਲ ਡਾਂਸਿੰਗ, ਫॉर ਦੇ ਹੈਡ ਨੋ ਸਟਰੈਂਥ ਲੈਫਟ ਇਨ ਦੈਮ ਬਟ ਦੇ ਕੁਡ ਨਾਟ ਸਟਾਪ। ਪਰ ਲੜਕਾ ਜਿਹੜਾ ਵਜਾਈ ਗਿਆ, ਜੋ ਜੱਜ ਸੀ, ਜੱਲਾਦ ਸੀ, ਕਿਸਾਨ ਸੀ, ਉਹ ਇਸ ਤਰ੍ਹਾਂ ਲੱਗ ਰਹੇ ਸੀ ਜਿਵੇਂ ਕਿ ਮਰੇ ਲੋਕ ਨੱਚ ਰਹੇ ਹੋਣ, ਕਿਉਂਕਿ ਉਹਨਾਂ ਵਿੱਚ ਹੋਰ ਤਾਕਤ ਬਚੀ ਨਹੀਂ ਸੀ, ਪਰ ਉਹ ਰੁਕ ਵੀ ਨਹੀਂ ਸੀ ਸਕਦੇ। ਐਟ ਲਾਸਟ ਮੈਜਿਸਟ੍ਰੇਟ ਕਰਾਈਡ ਸਟਾਪ ਬॉय ਸਟਾਪ, ਯੂ ਸ਼ੈਲ ਗੋ ਫਰੀ, ਰੁਕ ਜਾ, ਤੈਨੂੰ ਆਜ਼ਾਦ ਕਰਦੇ ਹਾਂ। ਫਰੀ ਮੀਨਸ ਆਜ਼ਾਦ। ਦੀ ਫਾਰਮਰ ਗਿਵਸ ਯੂ ਦਾ 1000 ਪੀਸਿਸ ਆਫ ਸਿਲਵਰ ਐਂਡ ਆਈ ਗਿਵ ਯੂ ਫਰੀਡਮ, ਕਿਸਾਨ ਤੈਨੂੰ ਚਾਂਦੀ ਦੇ 1000 ਪੀਸ ਦੇਵੇਗਾ ਅਤੇ ਮੈਂ ਤੈਨੂੰ ਆਜ਼ਾਦੀ ਦੇਵਾਂਗਾ। ਵੈਰੀ ਵੈਲ ਸੈਡ ਦਾ ਬॉय, ਟੈਲ ਦਾ ਹੈਂਗਮੈਨ ਟੂ ਫੈਚ ਮਾਈ ਗਨ ਐਂਡ ਸਿਲਵਰ ਪੀਸਿਸ ਐਂਡ ਆਈ ਵਿਲ ਸਟਾਪ। ਜੱਲਾਦ ਨੂੰ ਕਹੋ, ਵੈਰੀ ਵੈਲ ਬਹੁਤ ਠੀਕ, ਜੱਲਾਦ ਨੂੰ ਕਹੋ ਕਿ ਮੇਰੀ ਗਨ ਵੀ ਲਿਆਵੇ ਅਤੇ ਸਿਲਵਰ ਦੇ ਪੀਸ ਲਿਆਵੇ ਅਤੇ ਮੈਂ ਫਿਰ ਰੁਕ ਜਾਵਾਂਗਾ। ਸੋ ਦਾ ਹੈਂਗਮੈਨ ਡਾਂਸਡ ਵੇ ਟੂ ਦਾ ਕੋਰਟ ਹਾਊਸ ਵੇਅਰ ਦੀ ਸਿਲਵਰ ਐਂਡ ਗਨ ਵੈਰ ਕੈਪਟ, ਅਤੇ ਜਿਹੜਾ ਜੱਲਾਦ ਸੀ ਉਹ ਨੱਚਦਾ ਅਦਾਲਤ ਦੇ ਅੰਦਰ, ਕੋਰਟ ਹਾਊਸ ਅਦਾਲਤ ਦੇ ਅੰਦਰ ਗਿਆ, ਜਿੱਥੇ ਕਿ ਚਾਂਦੀ ਅਤੇ ਗਨ ਰੱਖੇ ਹੋਏ ਸੀ। ਹੀ ਰਿਟਰਨ ਵਿਦ ਦਾ ਬॉयਜ਼ ਥਿੰਗਸ ਇਨ ਹਿਜ਼ ਹੈਂਡਸ, ਫਿਰ ਉਹ ਲੜਕੇ ਦੀਆਂ ਚੀਜ਼ਾਂ ਲੈ ਕੇ ਆਪਣੇ ਹੱਥ ਵਿੱਚ ਵਾਪਸ ਆਇਆ। ਦਾ ਬॉय ਸੈਡ tie the gun to my belt and put the money in my pockets because I trust no one anymore। ਮੇਰੀ ਬੈਲਟ ਨਾਲ ਮੇਰੀ ਗਨ ਬੰਨ੍ਹ ਦਿਓ, ਟਾਈ ਮਤਲਬ ਬੰਨ੍ਹ ਦੇਣਾ, ਐਂਡ ਮੇਰੇ ਪੋਕਟ ਦੇ ਵਿੱਚ ਪੈਸੇ ਪਾ ਦਿਓ, ਕਿਉਂਕਿ ਹੁਣ ਮੈਂ ਕਿਸੇ 'ਤੇ ਵਿਸ਼ਵਾਸ ਨਹੀਂ ਕਰਦਾ। ਟਰਸਟ ਮੀਨਸ ਵਿਸ਼ਵਾਸ ਕਰਨਾ। I shall not stop playing until I have that which is my own and I am too far away from you to catch me again। ਮੈਂ ਉਦੋਂ ਤੱਕ ਨਹੀਂ ਰੁਕਾਂਗਾ ਜਦੋਂ ਤੱਕ ਜੋ ਮੇਰੀਆਂ ਚੀਜ਼ਾਂ ਨੇ ਮੈਨੂੰ ਮਿਲ ਨਹੀਂ ਜਾਂਦੀਆਂ, ਅਤੇ ਮੈਂ ਇੰਨੀ ਦੂਰ ਤੱਕ ਨਹੀਂ ਚਲੇ ਜਾਂਦਾ ਕਿ ਤੁਹਾਡੇ ਤੋਂ
ਮੈਂ ਪਕੜ ਨਾ ਹੋਵਾਂ। When the gun was tied to his belt and the money was in his pockets, he began to walk away. ਜਦੋਂ ਉਸਦੇ ਬੈਲਟ ਨਾਲ ਗਨ ਬੰਨ੍ਹ ਦਿੱਤੀ ਗਈ ਤੇ ਮਨੀ ਉਸਦੇ ਪਾਕਟ ਵਿੱਚ ਪਾ ਦਿੱਤੀ ਗਈ, ਉਸਨੇ ਪਰੇ ਨੂੰ ਤੁਰਨਾ ਸ਼ੁਰੂ ਕਰ ਦਿੱਤਾ। ਬਿਗੇਨ ਮਤਲਬ ਸ਼ੁਰੂ ਕਰ ਦਿੱਤਾ। ਬਟ ਹੀ ਸਟਿਲ ਪਲੇਡ ਦਾ ਵਾਇਲਨ ਬਿਕੋਜ਼ ਹੀ ਵੁਡ ਨਾਟ ਟਰਸਟ ਦੈਮ, ਪਰ ਅਜੇ ਵੀ ਉਹ ਵਾਇਲਨ ਪਏ ਗਏ ਕਿਉਂਕਿ ਉਹਨਾਂ 'ਤੇ ਵਿਸ਼ਵਾਸ ਨਹੀਂ ਸੀ ਕਰਦਾ। The farmer and the magistrate and the hangman kept on dancing in the marketplace until the sound of violin had died in the distance. ਕਿਸਾਨ, ਜੱਜ ਤੇ ਜਲਾਦ ਉਹ ਬਾਜ਼ਾਰ ਦੇ ਵਿੱਚ ਉਦੋਂ ਤੱਕ ਨੱਚਦੇ ਰਹੇ ਜਦੋਂ ਤੱਕ ਕਿ ਦੂਰ ਜਾ ਕੇ ਵਾਇਲਨ ਦੀ ਜਿਹੜੀ ਆਵਾਜ਼ ਸੀ ਉਹ ਖਤਮ ਹੋ ਗਈ। ਡਾਈਡ ਡਾਊਨ ਮਤਲਬ ਖਤਮ ਹੋ ਗਈ। Then they fell on the ground because they were all very tired. ਫਿਰ ਉਹ ਇੰਨੇ ਥੱਕੇ ਹੋਏ ਸੀ ਕਿ ਸਾਰੇ ਗਰਾਊਂਡ 'ਤੇ ਗਿਰ ਗਏ। But the boy went on to find his fortune with his violin under his arm. ਪਰ ਜਿਹੜਾ ਲੜਕਾ ਸੀ ਫਿਰ ਉਹ ਆਪਣੀ ਕਿਸਮਤ ਨੂੰ ਲੱਭਣ ਦੇ ਲਈ ਚੱਲਦਾ ਰਿਹਾ। ਆਪਣੇ ਬਾਹਾਂ ਦੇ ਹੇਠ ਉਹਦੇ ਕੋਲ ਵਾਇਲਨ ਸੀ। ਹਿਸ ਗਨ ਔਨ ਹਿਸ ਬੈਕ, ਉਸਦੀ ਪਿੱਠ 'ਤੇ ਉਸਦੀ ਬੰਦੂਕ ਸੀ। ਐਂਡ the 1000 pieces of silver in his pockets, ਅਤੇ ਚਾਂਦੀ ਦੇ ਜਿਹੜੇ ਉਹ 1000 ਕੋਇਨ ਸੀਗੇ ਉਸਦੀਆਂ ਜੇਬਾਂ ਦੇ ਵਿੱਚ ਸੀ। ਇਸ ਨਾਲ ਇਹ ਲੈਸਨ ਖਤਮ ਹੋ ਜਾਂਦਾ। ਇਹ ਤੁਸੀਂ ਲੈਸਨ ਆਪ ਵੀ ਪੜ੍ਹਨਾ ਅਤੇ ਵਰਡ ਮੀਨਿੰਗ ਯਾਦ ਕਰਨੇ ਨੇ ਸਾਰੇ।